ਦੋਸਤੋ ਅਮਰੀਕਨ ਕਾਂਗਰਸ ਦੇ ਵਿੱਚ ਇਮੀਗ੍ਰੇਸ਼ਨ ਦੇ ਮੁਤਲਕ ਇੱਕ ਨਵਾਂ ਬਿੱਲ ਲਿਆਉਣ ਦੀ ਤਿਆਰੀ ਹੋ ਰਹੀ ਹੈ। ਇਹ ਬਿੱਲ ਇੰਟਰੋਡਿਊਸ ਕਰਵਾ ਰਹੇ ਨੇ ਇੱਕ ਰੈਪ ਨੇ, ਉਹਨਾਂ ਦਾ ਨਾਂ ਹੈ ਐਲੀ ਕਰੇਨ। ਉਹ ਇਹ ਬਿੱਲ ਲੈ ਕੇ ਆਏ ਨੇ। ਕੁਝ ਰਿਪਬਲਿਕਨ ਇਹਨੂੰ ਸਪੋਰਟ ਕਰ ਰਹੇ ਨੇ। ਇਹ ਬਿੱਲ ਦੇ ਵਿੱਚ ਬਹੁਤ ਸਾਰੇ ਨਵੇਂ ਪੁਆਇੰਟ ਨੇ। ਇਹ ਬਿੱਲ ਕੀ ਹੈ, ਇਹਦੇ 'ਚ ਕੀ ਪੁਆਇੰਟ ਨੇ, ਅਗਰ ਇਹ ਅਪਰੂਵ ਹੋ ਗਿਆ ਤੇ ਕੀ ਤਬਦੀਲੀਆਂ ਆਉਣਗੀਆਂ, ਸਾਰਾ ਕੁਝ ਮੈਂ ਤੁਹਾਨੂੰ ਇਸ ਵੀਡੀਓ 'ਚ ਦੱਸਣਾ। ਪਲੀਜ਼ ਚੈਨਲ ਨੂੰ ਫੋਲੋ ਕਰ ਲਓ ਔਰ ਵੀਡੀਓ ਨੂੰ ਆਖਰ ਤੱਕ ਦੇਖਿਆ ਕਰੋ। ਤੇ ਦੋਸਤੋ ਸਿੱਧਾ ਆਨੇ ਆਪਣੇ ਮਤਲਬ ਤੇ। ਪਹਿਲਾ ਪੁਆਇੰਟ ਇਸ ਬਿੱਲ ਦਾ ਇਹ ਵੇ ਕਿ 3 ਸਾਲ ਵਾਸਤੇ H1B ਦੇ ਉੱਤੇ ਪਾਬੰਦੀ ਲਗਾ ਦਿੱਤੀ ਜਾਏ। ਕਿਸੇ ਨੂੰ ਵੀ H1B 3 ਸਾਲ ਵਾਸਤੇ ਨਾ ਦਿੱਤਾ ਜਾਏ। ਦੂਸਰਾ ਪੁਆਇੰਟ ਇਹਦੇ ਵਿੱਚ ਇਹ ਵੇ ਕਿ H1B ਦਾ ਜਿਹੜਾ ਕੈਪ ਹੈ, ਹਰ ਸਾਲ 65,000 ਬੰਦੇ ਨੂੰ H1B ਵੀਜ਼ਾ ਇਸ਼ੂ ਹੁੰਦਾ ਹੈ, ਉਹਨੂੰ ਘੱਟ ਕਰਕੇ 25,000 ਕਰਤਾ ਜਾਏ। 3 ਸਾਲ ਬਾਅਦ ਜਦੋਂ ਪਾਬੰਦੀ ਉਤਰੇ ਤੇ ਇਹਨੂੰ 25,000 ਤੇ ਲੈ ਆਓ। ਤੀਸਰਾ ਪੁਆਇੰਟ ਹੈ ਕਿ ਇਹਨੂੰ ਲੋਟਰੀ ਸਿਸਟਮ ਖਤਮ ਕਰ ਦਿੱਤਾ ਜਾਏ। ਇਹਨੂੰ ਵੇਜ ਬੇਸ ਯਾਨੀ ਤਨਖਾਹ ਬੇਸ ਕਰਤਾ ਜਾਏ। ਜ਼ਿਆਦਾ ਤਨਖਾਹ ਵਾਲੇ ਬੰਦੇ ਨੂੰ H1B ਦਿੱਤਾ ਜਾਏ, ਜਿਹਨੂੰ ਜ਼ਿਆਦਾ ਤਨਖਾਹ ਆਫਰ ਹੁੰਦੀ ਹੈ। ਇਹਦਾ ਹੀ ਅਗਲਾ ਪੁਆਇੰਟ ਹੈ ਕਿ ਕਮ ਸੇ ਕਮ ਤਨਖਾਹ ਸਾਲ ਦੀ $2 ਲੱਖ ਕਰਤੀ ਜਾਏ। 2 ਲੱਖ ਤੋਂ ਥੱਲੇ ਕੋਈ ਨਾ। ਉਹਦਾ ਜਵਾਬ ਇਹ ਦਿੱਤਾ ਹੈ ਕਿਉਂਕਿ ਬਹੁਤ ਥੋੜੇ ਪੈਸਿਆਂ ਦੇ ਉੱਤੇ ਲੋਕਾਂ ਨੂੰ H1B ਤੇ ਲੈਂਦੇ ਨੇ, ਇਹਦੀ ਵਜ੍ਹਾ ਨਾਲ ਸਿਸਟਮ ਮਿਸਯੂਜ਼ ਹੋ ਰਿਹਾ। ਇਹਦੀ ਵਜ੍ਹਾ ਨਾਲ ਕਿਹਾ ਜੀ ਅਸੀਂ 2 ਲੱਖ ਇਹਦੀ ਤਨਖਾਹ ਘੱਟ ਤੋਂ ਘੱਟ ਹੋਣੀ ਚਾਹੀਦੀ। ਅਗਲਾ ਪੁਆਇੰਟ ਇਹ ਵੇ ਕਿ ਜਿਹੜਾ ਇੰਪਲੋਇਰ ਹੈ, ਜਿਹੜਾ ਕੰਪਨੀ ਹੈ, ਉਹ ਸਰਟੀਫਾਈ ਕਰੇਗਾ ਕਿ ਮੈਂ ਅਖਬਾਰ 'ਚ ਇਸ਼ਤਿਹਾਰ ਦਿੱਤਾ, ਮੈਂ ਇਸ ਅਦਾਰੇ 'ਚੋਂ ਲੱਭਿਆ, ਇੱਧਰ ਗਿਆ, ਯੂਨੀਵਰਸਿਟੀਆਂ 'ਚ ਗਿਆ, ਮੈਂ ਜੌਬ ਫੇਅਰ ਜੋ ਵੀ ਉਹਨੇ ਕੀਤਾ ਹੋਏਗਾ ਦੱਸੇਗਾ, ਮੈਂ ਸਭ ਕੁਝ ਕੀਤਾ, ਮੈਨੂੰ ਬੰਦਾ ਨਹੀਂ ਮਿਲਿਆ, ਇਸ ਵਾਸਤੇ ਮੈਂ ਇਹ ਬੰਦਾ ਬਾਹਰੋਂ ਲੈ ਕੇ ਆ ਰਿਹਾ ਵਾਂ। ਅਗਲਾ ਪੁਆਇੰਟ ਕੀ ਹੈ ਕਿ ਜਿਨ੍ਹਾਂ ਨੂੰ H1B ਮਿਲੇਗਾ, ਪਹਿਲੇ 6 ਸਾਲ ਦਾ ਟਾਈਮ ਹੁੰਦਾ, ਹੁਣ ਉਹਨੂੰ 3 ਸਾਲ ਕਰਤਾ ਜਾਏਗਾ ਔਰ ਟੈਂਪਰੇਰੀ ਵੀਜ਼ਾ ਹੋਏਗਾ, ਕੋਈ ਪਰਮਾਨੈਂਟ ਵੀਜ਼ਾ ਨਹੀਂ ਹੋਏਗਾ। ਔਰ ਉਸ ਤੋਂ ਅਗਲਾ ਪੁਆਇੰਟ ਇਹਦੇ ਨਾਲ ਹੀ ਜੁੜਿਆ ਹੈ ਕਿ ਟੈਂਪਰੇਰੀ ਵੀਜ਼ਾ ਹੋਏਗਾ, ਟਾਈਮ ਖਤਮ ਹੋਏਗਾ ਔਰ ਇਹ ਸਾਰੇ ਲੋਕ ਵਾਪਸ ਚਲੇ ਜਾਣਗੇ, ਐਡਜਸਟਮੈਂਟ ਆਫ ਸਟੇਟਸ ਕਰਕੇ ਗ੍ਰੀਨ ਕਾਰਡ ਨਹੀਂ ਲੈ ਸਕਣਗੇ। ਉਸ ਤੋਂ ਅਗਲਾ ਪੁਆਇੰਟ ਕਿ ਅਗਰ ਇਹ 3 ਸਾਲ ਪੂਰੇ ਹੋਣਗੇ ਔਰ ਤੁਸੀਂ ਵਾਪਸ ਜਾਂਦੇ, ਤੁਹਾਡਾ ਟਾਈਮ ਪੂਰਾ ਹੋ ਜਾਂਦਾ ਹੈ, ਤੁਸੀਂ ਇੱਥੇ ਬਹਿ ਕੇ ਆਪਣਾ ਸਟੇਟਸ ਚੇਂਜ ਨਹੀਂ ਕਰ ਸਕੋਗੇ, ਤੁਹਾਨੂੰ ਆਊਟ ਹੋਣਾ ਪਏਗਾ ਦੁਬਾਰਾ ਨਾਨ ਇਮੀਗ੍ਰੈਂਟ ਵੀਜ਼ਾ ਲੈਣ ਵਾਸਤੇ, ਕਿਉਂਕਿ ਇਹ ਨਾਨ ਇਮੀਗ੍ਰੈਂਟ ਵੀਜ਼ਾ ਹੈ। ਉਸ ਤੋਂ ਅਗਲਾ ਪੁਆਇੰਟ ਬਹੁਤ ਹੀ ਖਤਰਨਾਕ, ਉਹਨਾਂ ਨੇ ਕਿਹਾ ਜੀ OPT ਖਤਮ ਕਰਤੀ ਜਾਏ। ਜਿਹੜੀ ਸਟੂਡੈਂਟਾਂ ਨੂੰ ਪੜ੍ਹਨ ਤੋਂ ਬਾਅਦ ਟਾਈਮ ਮਿਲਦਾ ਕੰਮ ਕਰਨ ਦਾ, ਉਹ ਖਤਮ ਕਰਤਾ ਜਾਏ, ਬਿਲਕੁਲ ਕਿਸੇ ਨੂੰ OPT ਨਾ ਦਿੱਤੀ ਜਾਏ। ਉਸ ਤੋਂ ਅਗਲਾ ਪੁਆਇੰਟ ਕਿ ਜਿਨ੍ਹਾਂ ਨੂੰ H1B ਦਿੱਤਾ ਜਾਏਗਾ ਉਹ ਆਪਣੀ ਫੈਮਿਲੀ ਨਾਲ ਨਹੀਂ ਲਿਆ ਸਕਣਗੇ। ਕੋਈ ਫੈਮਿਲੀ ਮੈਂਬਰ ਅਮਰੀਕਾ ਨਹੀਂ ਆ ਸਕੇਗਾ। ਇਹ ਬੜੇ ਸਖਤ ਪੁਆਇੰਟ ਉਹਨਾਂ ਨੇ ਦਿੱਤੇ ਨੇ। ਅਗਰ ਇਹ ਬਿੱਲ ਪਾਸ ਹੋ ਗਿਆ ਤੇ H1B ਵੀਜ਼ੇ ਦਾ ਪੂਰਾ ਸਟਰਕਚਰ ਹੀ ਚੇਂਜ ਹੋ ਜਾਣਾ। ਬਿਲਕੁਲ ਇੱਕ ਆਰਜ਼ੀ ਵੀਜ਼ਾ ਰਹਿ ਜਾਏਗਾ। ਇੰਪਲੋਇਰ ਵਾਸਤੇ ਵੀ ਬੜੀ ਮੁਸ਼ਕਲ ਹੋ ਜਾਏਗੀ। ਜ਼ਾਹਰ ਹੈ ਕਿ $2 ਲੱਖ ਤਨਖਾਹ ਦੇਗਾ ਤੇ ਇਹਦਾ ਮਤਲਬ ਹੈ ਕਿ ਬੈਸਟ ਬ੍ਰੇਨ ਆਉਣਗੇ। ਇਹੋ ਹੀ ਉਹ ਚਾਹੁੰਦੇ ਨੇ। ਇਹੋ ਹੀ ਹਮੇਸ਼ਾ ਪ੍ਰੈਜ਼ੀਡੈਂਟ ਟਰੰਪ ਨੇ ਵੀ ਕਿਹਾ, ਦੂਸਰੇ ਲੋਕ ਵੀ ਉਹਨਾਂ ਦੇ ਇਹੀ ਕਹਿੰਦੇ ਨੇ ਕਿ ਬੈਸਟ ਬ੍ਰੇਨ ਆਉਣ। ਜ਼ਾਹਰ ਜਿਹੜਾ ਬੈਸਟ ਬ੍ਰੇਨ ਹੋਏਗਾ ਉਹਨੂੰ ਹੀ $2 ਲੱਖ ਮਿਲੇਗਾ ਨਾ। ਇਹ ਬਿੱਲ ਦੀ ਹੁਣ ਇਸ ਟਾਈਮ ਸੂਰਤ ਹਾਲ ਹੈ ਕਿ ਇੰਟਰੋਡਿਊਸ ਹੋ ਗਿਆ। ਰਿਪਬਲਿਕਨ ਇਹਨੂੰ ਕਰ ਰਹੇ ਨੇ, ਥੋੜ੍ਹਾ ਬੈਕ ਕਰ ਰਹੇ ਨੇ। ਇਹ ਜਾਏਗਾ ਕਮੇਟੀ 'ਚ, ਫਿਰ ਇਹ 'ਚ ਅਗਰ ਕੋਈ ਚੇਂਜ ਹੋਣੀ ਹੋਏਗੀ ਉਹ ਚੇਂਜ ਹੋਏਗੀ। ਫਿਰ ਅਗਰ ਉਹ ਕਮੇਟੀ ਨੇ ਕਹਿ ਦਿੱਤਾ ਕਿ ਹਾਂ ਵੀ ਇਹ ਸਹੀ ਹੈ, ਇਹਨੂੰ ਲੈ ਜਾਓ ਹੁਣ ਤੁਸੀਂ ਹਾਊਸ 'ਚ, ਫਿਰ ਇਹ ਹਾਊਸ 'ਚ ਆਏਗਾ, ਵੋਟਿੰਗ ਹੋਏਗੀ, ਪਾਸ ਹੋ ਗਿਆ ਤੇ ਜਾਏਗਾ ਸੈਨੇਟ 'ਚ। ਸੈਨੇਟ 'ਚ ਵੋਟਿੰਗ ਹੋਏਗੀ, ਅਗਰ ਪਾਸ ਹੋ ਗਿਆ ਤਾਂ ਕਿੱਥੇ ਜਾਏਗਾ? ਪ੍ਰੈਜ਼ੀਡੈਂਟ ਟਰੰਪ ਕੋਲ ਸਾਈਨ ਹੋਏਗਾ ਔਰ ਕਾਨੂੰਨ ਬਣ ਜਾਏਗਾ। ਹੁਣ ਯਾਦ ਰੱਖੋ, ਐਡਾ ਸਿੱਧਾ ਕੰਮ ਨਹੀਂ ਹੁੰਦਾ। ਇਹ ਪੂਰੇ ਸਿਸਟਮ 'ਚੋਂ ਲੰਘ ਕੇ ਇੰਨੇ ਜਾਣਾ ਹੁੰਦਾ। ਔਰ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ, ਬਹੁਤ ਸਾਰੇ ਬਿੱਲ ਹੁੰਦੇ ਨੇ ਜਿਹੜੇ ਇੰਟਰੋਡਿਊਸ ਹੁੰਦੇ ਨੇ ਲੇਕਿਨ ਕਮੇਟੀ ਦੇ ਵਿੱਚ ਹੀ ਟਾਈਡ ਹੋ ਜਾਂਦੇ ਨੇ। ਇਹ ਬਿੱਲ ਨੂੰ ਥੋੜ੍ਹੀ ਜਿਹੀ ਰੋਸ਼ਨੀ ਤਾਂ ਮਿਲ ਰਹੀ ਹੈ, ਮੀਡੀਆ 'ਚ ਵੀ ਇਹਦੇ 'ਚ ਬੜੀ ਜਾਨ ਹੈ ਪਿਛਲੇ 3 ਦਿਨ ਤੋਂ, ਕਿਉਂਕਿ ਇਹਦੇ 'ਚ ਕੁਝ ਐਸੀਆਂ ਚੀਜ਼ਾਂ ਨੇ ਜਿਹਦੇ ਉੱਤੇ ਪਿਛਲੇ ਕਾਫੀ ਸਾਰੇ ਲੋਕਾਂ ਨੇ ਇਹੋ ਜਿਹੇ ਬਿੱਲ ਲਿਆਂਦੇ ਨੇ, ਲੇਕਿਨ ਉਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਇੱਕ ਬਿੱਲ ਦੇ ਵਿੱਚ ਪਾਈਆਂ ਗਈਆਂ ਨੇ। ਔਰ ਦੂਸਰੀ ਗੱਲ ਹੈ ਕਿ ਕਾਫੀ ਨਵੀਆਂ ਚੀਜ਼ਾਂ ਵੀ ਨੇ। ਇਸ ਵਾਸਤੇ ਇਹਦੇ 'ਤੇ ਮੀਡੀਆ ਦੇ ਵਿੱਚ ਕਾਫੀ ਗੱਲ ਹੋ ਰਹੀ ਹੈ। ਇਸ ਵਾਸਤੇ ਮੈਂ ਮੁਨਾਸਬ ਸਮਝਿਆ ਕਿ ਤੁਹਾਨੂੰ ਅਪਡੇਟ ਕਰਦਾ ਕਿ ਇੱਕ ਬਿੱਲ ਆ ਰਿਹਾ। ਹੁਣ ਇਹਦਾ ਮੁਸਤਕਬਲ ਕੀ ਹੁੰਦਾ ਹੈ ਇਹ ਕਿਸੇ ਨੂੰ ਨਹੀਂ ਪਤਾ। ਇਹ ਕਿਸ ਸਟੇਜ ਤੱਕ ਜਾਂਦਾ ਹੈ ਜਾਂ ਪਹਿਲੇ ਸਟੇਜ 'ਤੇ ਖਤਮ ਹੋ ਜਾਂਦਾ ਹੈ, ਇਹ ਤਾਂ ਹੁਣ ਵਕਤ ਹੀ ਦੱਸੇਗਾ। ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣਾ। ਥੈਂਕ ਯੂ ਸੋ ਮਚ।